न्यू चैप्टर केमिस्ट्री का शुरू करन लगे हैं। चैप्टर नंबर 9th दैट इज़ कार्बन एंड इट्स कंपाउंड्स। ठीक है, कार्बन एंड इट्स कंपाउंड बारे रीड करन लगे हैं कि कार्बन ते ओहदे कंपाउंड किवें बनदे है, किहड़ी-किहड़ी फॉर्म दे विच कार्बन एग्जिस्ट करदी है ते किवें नेचर विच कार्बन की है किसी दूजे एलीमेंट्स नाल कंबाइन करदी है। ठीक है, ये सारा कुछ आपां चैप्टर नंबर 9th कार्बन एंड इट्स कंपाउंड दे विच रीड करना है। सो फर्स्ट टॉपिक आ गया अपने कोल मेन इंट्रोडक्शन। सब तो पहले पढ़न लगे हैं कार्बन बारे कि ਜਿਹੜੇ ਕਾਰਬਨ ਹੈ ਉਹ ਕੀ ਐਟੋਮਿਕ ਨੰਬਰ ਹੁੰਦਾ ਕਾਰਬਨ ਦਾ, ਕੀ ਮਾਸ ਨੰਬਰ ਹੁੰਦਾ ਹੈ ਤੇ ਕਿਵੇਂ ਮਤਲਬ ਕਿ ਯੂਸਫੁਲ ਹੁੰਦੀ ਹੈ। ਤਾਂ ਕਾਰਬਨ ਨੂੰ ਥਰਡ ਮੋਸਟ ਇੰਪੋਰਟੈਂਟ ਐਲੀਮੈਂਟ ਕਿਹਾ ਜਾਂਦਾ ਹੈ ਵੀ ਆਪਣੇ ਸਰਾਊਂਡਿੰਗ ਦੇ ਵਿੱਚ, ਆਪਣੇ ਅਰਥ ਦੇ ਵਿੱਚ ਕਾਰਬਨ ਨੂੰ ਥਰਡ ਮੋਸਟ ਇੰਪੋਰਟੈਂਟ ਐਲੀਮੈਂਟ ਕਿਹਾ ਜਾਂਦਾ ਹੈ ਆਕਸੀਜਨ ਤੇ ਹਾਈਡਰੋਜਨ ਤੋਂ ਬਾਅਦ। ਆਕਸੀਜਨ ਤੇ ਹਾਈਡਰੋਜਨ ਫਸਟ ਐਂਡ ਸੈਕਿੰਡ ਨੰਬਰ 'ਤੇ ਹੈ, ਥਰਡ ਨੰਬਰ 'ਤੇ ਕਾਰਬਨ ਹੈ। ਕਾਰਬਨ ਵਰਡ ਕਿੱਥੋਂ ਡਰਾਈਵ ਹੋਇਆ ਸੀ? ਲੈਟਿਨ ਵਰਡ ਸੀ ਕਾਰਬੋ। ਕਾਰਬਨ ਦਾ ਨਾਮ ਕਿੱਥੋਂ ਆਇਆ? ਲੈਟਿਨ ਵਰਡ ਹੈ ਕਾਰਬੋ, ਜਿਹਦਾ ਮਤਲਬ ਹੁੰਦਾ ਬਲੈਕ ਰੌਕ। ਬਲੈਕ ਰੌਕ ਦਾ ਮਤਲਬ ਕੀ ਹੈ ਕਿ ਉਹ ਵਾਲਾ ਮਟੀਰੀਅਲ ਜਿਹੜਾ ਈਜ਼ੀਲੀ ਬਰਨ ਹੋ ਸਕਦਾ, ਜਲ ਸਕਦਾ, ਉਹ ਵਰਡ ਤੋਂ ਆਇਆ ਸੀ ਕਾਰਬੋ ਤੇ ਕਾਰਬੋ ਮੀਨਸ ਕਾਰਬਨ। ਠੀਕ ਹੈ, ਕਾਰਬਨ ਇੱਕ ਨੌਨ ਮੈਟਲ ਹੈ। ਆਪਾਂ ਨੂੰ ਪਤਾ ਕਾਰਬਨ ਦਾ ਐਟੋਮਿਕ ਨੰਬਰ ਕਿੰਨਾ ਹੁੰਦਾ? 6 ਐਟੋਮਿਕ ਨੰਬਰ ਮੀਨਸ ਕਾਰਬਨ ਦੀ ਕੌਨਫੀਗਰੇਸ਼ਨ ਹੁੰਦੀ ਹੈ 2 ਤੇ 4। ਜਿਹੜੇ ਸ਼ੈਲ ਦੇ ਵਿੱਚ ਲਾਸਟ ਵਿੱਚ 4 5 6 ਇਲੈਕਟ੍ਰੋਨਸ ਜਾਂ 7 ਇਲੈਕਟ੍ਰੋਨਸ ਹੁੰਦੇ ਆ, ਉਹ ਸਾਰੇ ਹੁੰਦੇ ਆ ਨਾਨ ਮੈਟਲਸ। ਸੋ ਕਾਰਬਨ ਵੀ ਕੀ ਹੈ? ਇੱਕ ਨਾਨ ਮੈਟਲ ਹੈ ਜਿਹਦਾ ਐਟੋਮਿਕ ਨੰਬਰ ਹੁੰਦਾ 6, ਜਿਹਦਾ ਮਾਸ ਨੰਬਰ ਹੁੰਦਾ 12 ਤੇ ਕਾਰਬਨ ਦਾ ਸਿੰਬਲ ਕੀ ਹੁੰਦਾ? ਕੈਪੀਟਲ ਸੀ। ਕਦੇ ਵੀ ਕਾਰਬਨ ਨੂੰ ਸਮਾਲ ਸੀ ਨਾਲ ਨਹੀਂ ਰਿਪਰੈਜ਼ੈਂਟ ਕਰਨਾ, ਕਾਰਬਨ ਹਮੇਸ਼ਾ ਕੈਪੀਟਲ ਸੀ ਨਾਲ ਰਿਪਰੈਜ਼ੈਂਟ ਕਰਦੇ ਆ। ਠੀਕ ਹੈ, जिन्ने भी लिविंग क्रिएचर्स है, लिविंग क्रिएचर्स मतलब ह्यूमन बींग्स ऑल्सो, प्लांट्स ऑल्सो, एनीमल्स ऑल्सो, सारी की है कार्बन ते बेस है, सारी कार्बन ते डिपेंड करते हैं। ठीक है, बट जी अमाउंट है कार्बन की अर्थ क्रस्ट के उपर अमाउंट है जी कार्बन की वो क्वाइट मर्ज मतलब लैस है। ਇਹਦਾ ਮਤਲਬ ਕਿ ਇੱਥੇ ਲੈਸ ਜਿਹੜੀ ਅਮਾਊਂਟ ਹੈ ਕਾਰਬਨ ਦੀ ਅਰਥ ਕਰਸਟ 'ਤੇ ਉਹ ਘੱਟ ਹੈ। ਘੱਟ ਮਤਲਬ ਕਿੰਨੀ ਹੈ? ਅਰਥ ਕਰਸਟ 'ਤੇ ਸਿਰਫ 0.02% ਕਾਰਬਨ ਹੈ ਜਿਹੜੀ ਮਿਨਰਲਸ ਦੀ ਫਾਰਮ ਵਿੱਚ ਪ੍ਰੈਜ਼ੈਂਟ ਹੈ। ਠੀਕ ਹੈ, ਜਿੰਨੇ ਵੀ ਮਿਨਰਲਸ ਫਾਰਮਡ ਹੁੰਦੇ ਆ ਉਹਦੇ ਵਿੱਚ 0.02% ਕੀ ਫਾਰਮ ਹੈ? ਪ੍ਰੈਜ਼ੈਂਟ ਹੈ ਕਾਰਬਨ। ਠੀਕ ਹੈ, ਅਤੇ ਐਟਮੋਸਫੀਅਰ ਦੇ ਵਿੱਚ 0.03% ਹੈ ਜਿਹੜੀ ਕਾਰਬਨ ਪ੍ਰੈਜ਼ੈਂਟ ਹੈ ਕਾਰਬਨ ਡਾਈਆਕਸਾਈਡ ਗੈਸ ਦੀ ਫਾਰਮ ਦੇ ਵਿੱਚ। ਠੀਕ ਹੈ, ਕਾਰਬਨ ਡਾਈਆਕਸਾਈਡ ਜਿਹੜੇ ਆਪਣੇ ਆਸੇ ਪਾਸੇ ਹੈ ਉਹਦੇ ਵਿੱਚ 0.03% ਕੀ ਹੈ? ਕਾਰਬਨ। ਠੀਕ ਹੈ, ਕਾਰਬਨ ਕੀ ਹੈ? ਬਹੁਤ ਸਾਰੇ ਕੰਪਾਊਂਡਸ ਬਣਾਉਂਦਾ ਹੈ। ਕੰਪਾਊਂਡਸ ਮਤਲਬ ਕਿ ਕਾਰਬਨ ਹਾਈਡਰੋਜਨ ਦੇ ਨਾਲ ਕੰਬਾਈਨ ਕਰਕੇ ਬਹੁਤ ਸਾਰੇ ਕੰਪਾਊਂਡਸ ਬਣਾ ਲੈਂਦਾ ਹੈ। ਮਤਲਬ ਕਾਰਬਨ ਆਪਸ 'ਚ ਵੀ ਜੁੜ ਕੇ ਜਾਂ ਕਾਰਬਨ ਕਿਸੇ ਹੋਰ ਐਟਮ ਜਾਂ ਐਲੀਮੈਂਟ ਦੇ ਨਾਲ ਜੁੜ ਕੇ ਵੀ ਕੀ ਹੈ? ਕੰਪਾਊਂਡਸ ਬਣਾ ਲੈਂਦਾ। ਹੁਣ ਇਹ ਕਿਵੇਂ ਜੁੜਦਾ ਕਿਸੇ ਵੀ ਐਲੀਮੈਂਟਸ ਨਾਲ, ਕਿਹੜੀਆਂ ਇਹਦੀਆਂ ਟਾਈਪਸ ਹੁੰਦੀਆਂ, ਸਾਰਾ ਕੁਛ 1 ਬਾਏ 1 ਆਪਾਂ ਰੀਡ ਕਰਦੇ ਹਾਂ। ਠੀਕ ਹੈ, ਇਹ ਬੇਸਿਕ ਇੰਟਰੋਡਕਸ਼ਨ ਸੀ ਕਾਰਬਨ ਬਾਰੇ। ਨੈਕਸਟ ਆ ਗਿਆ ਆਪਣੇ ਕੋਲ ਅਕਰੈਂਸ ਆਫ ਕਾਰਬਨ। ਹੁਣ ਕਾਰਬਨ ਨੇਚਰ ਦੇ ਵਿੱਚ ਕਿਹੜੀ ਫਾਰਮ ਦੇ ਵਿੱਚ ਅਕਰ ਕਰਦਾ? ਨੇਚਰ ਦੇ ਵਿੱਚ ਜਿਹੜਾ ਕਾਰਬਨ ਹੈ ਉਹ ਦੋਨੋਂ ਫ੍ਰੀ ਸਟੇਟ ਵਿੱਚ ਵੀ ਹੁੰਦਾ ਅਤੇ ਕੰਬਾਈਨਡ ਸਟੇਟ ਵਿੱਚ ਵੀ। ਫ੍ਰੀ ਮਤਲਬ ਕਿ ਫ੍ਰੀ ਕਾਰਬਨ ਵੀ ਐਗਜ਼ਿਸਟ ਕਰ ਸਕਦੀ ਹੈ ਅਤੇ ਕਾਰਬਨ ਕੰਬਾਈਨਡ ਫਾਰਮ ਵਿੱਚ ਵੀ ਐਗਜ਼ਿਸਟ ਕਰਦਾ, ਮਤਲਬ ਕਿਸੇ ਹੋਰ ਨਾਲ ਕੰਬਾਈਨ ਕਰਕੇ ਵੀ ਕਾਰਬਨ ਐਗਜ਼ਿਸਟ ਕਰ ਸਕਦੀ ਹੈ। ਠੀਕ ਹੈ, ਫ੍ਰੀ ਸਟੇਟ ਦੇ ਵਿੱਚ ਤਾਂ ਜਿਵੇਂ ਕੋਲ, ਡਾਇਮੰਡ ਜਾਂ ਗ੍ਰੇਫਾਈਟ। ਜਿਵੇਂ ਕੋਲ ਵਿੱਚ ਵੀ ਕਾਰਬਨ ਹੁੰਦਾ, ਪਿਓਰ ਕਾਰਬਨ ਹੁੰਦਾ, ਗ੍ਰੇਫਾਈਟ ਵਿੱਚ ਵੀ ਕਾਰਬਨ ਹੁੰਦਾ ਅਤੇ ਡਾਇਮੰਡ ਵਿੱਚ ਵੀ ਕਾਰਬਨ ਹੁੰਦਾ ਅਤੇ ਗ੍ਰੇਫਾਈਟ ਜਿਹੜੀ ਆਪਣੀ ਪੈਨਸਿਲ ਦੇ ਉੱਪਰ ਲੱਗੀ ਹੁੰਦੀ ਹੈ ਨਾ, ਜਿਹਨੂੰ ਆਪਾਂ ਸਿੱਕਾ ਬੋਲਦੇ ਹਾਂ, ਉਹ ਪੈਨਸਿਲ ਦੇ ਉੱਪਰ ਕੀ ਹੁੰਦਾ? ਗ੍ਰੇਫਾਈਟ। ਤਾਂ ਗ੍ਰੇਫਾਈਟ ਵਿੱਚ ਵੀ ਕੀ ਹੁੰਦਾ? ਕਾਰਬਨ ਹੁੰਦਾ ਜਿਹੜਾ ਕਿ, ਅਤੇ ਇਹਨਾਂ ਵਿੱਚੋਂ ਜਿਹੜਾ ਡਾਇਮੰਡ ਹੈ, ਡਾਇਮੰਡ ਜਿਹੜਾ ਹੁੰਦਾ ਉਹ ਪਿਓਰੈਸਟ ਫਾਰਮ ਹੁੰਦਾ ਕਾਰਬਨ ਦਾ, ਅਤੇ ਜਿਹੜਾ ਆਪਣੇ ਕੋਲ ਗ੍ਰੇਫਾਈਟ ਹੈ ਉਹ ਥੋੜ੍ਹਾ ਘੱਟ ਪਿਓਰ ਹੁੰਦਾ, ਲੈਸ ਪਿਓਰ ਹੁੰਦੀ ਹੈ ਕਾਰਬਨ ਇਹਦੇ ਵਿੱਚ। ਮਤਲਬ ਇੱਥੇ ਕੀ ਹੈ ਕਿ ਕਾਰਬਨ ਇਹ ਤਿੰਨੇ ਐਗਜ਼ਾਮਪਲਸ ਵਿੱਚ ਕਾਰਬਨ ਕੀ ਹੈ? ਫ੍ਰੀ ਸਟੇਟ ਵਿੱਚ ਐਗਜ਼ਿਸਟ ਕਰਦਾ, ਇਕੱਲਾ ਐਗਜ਼ਿਸਟ ਕਰ ਰਿਹਾ, ਕਿਸੇ ਨਾਲ ਕੰਬਾਈਨ ਕਰਕੇ ਨਹੀਂ ਐਗਜ਼ਿਸਟ ਕਰਦਾ। ਠੀਕ ਹੈ, ਜਿਹੜਾ ਕੋਲ ਹੈ, ਕੋਲ ਵੀ ਇੱਕ ਇੰਪਿਓਰ ਫਾਰਮ ਆਫ ਕਾਰਬਨ ਹੈ ਜਿਹਦੇ ਵਿੱਚ ਕਾਰਬਨ ਦੀ ਪਰਸੈਂਟੇਜ ਵੇਰੀ ਕਰਦੀ ਹੈ। ਕਈ ਵਾਰੀ ਕਾਰਬਨ 60% ਹੁੰਦਾ, ਕਈ ਵਾਰੀ ਕਾਰਬਨ 90% ਹੁੰਦਾ। ਠੀਕ ਹੈ, ਮਤਲਬ ਜ਼ਿਆਦਾ ਅਮਾਊਂਟ ਆਫ ਕਾਰਬਨ ਹੁੰਦੀ ਹੈ ਤਾਂ ਕਰਕੇ ਫ੍ਰੀ ਸਟੇਟ ਵਿੱਚ ਹੁੰਦਾ। ਨੈਕਸਟ ਆ ਗਿਆ ਆਪਣੇ ਕੋਲ ਕੰਬਾਈਨਡ ਸਟੇਟ ਵਿੱਚ। ਫ੍ਰੀ ਸਟੇਟ ਵਿੱਚ ਤਾਂ ਆਪਾਂ ਪੜ੍ਹ ਲਿਆ ਕਿ ਕੋਲ, ਗ੍ਰੇਫਾਈਟ ਅਤੇ ਡਾਇਮੰਡ ਵਿੱਚ ਕਾਰਬਨ ਕਿਵੇਂ ਐਗਜ਼ਿਸਟ ਕਰਦਾ ਹੈ। ਹੁਣ ਜਿਹੜਾ ਕੰਬਾਈਨਡ ਸਟੇਟ ਹੈ, ਕੰਬਾਈਨਡ ਸਟੇਟ ਵਿੱਚ ਕਾਰਬਨ ਕਿਵੇਂ ਐਗਜ਼ਿਸਟ ਕਰਦਾ ਹੈ? ਜਿਵੇਂ ਕਿ ਪਲਾਂਟਸ ਅਤੇ ਐਨੀਮਲਸ ਵਿੱਚ। ਪਲਾਂਟਸ ਅਤੇ ਐਨੀਮਲਸ ਵਿੱਚ ਕਾਰਬਨ ਐਜ਼ ਅ ਕਾਰਬੋਹਾਈਡਰੇਟਸ, ਫੈਟਸ, ਪ੍ਰੋਟੀਨਸ ਜਾਂ ਵਿਟਾਮਿਨ ਦੀ ਫਾਰਮ ਵਿੱਚ ਐਗਜ਼ਿਸਟ ਕਰਦਾ ਹੈ। ਐਟਮੋਸਫੀਅਰ ਦੇ ਵਿੱਚ ਕਾਰਬਨ ਡਾਈਆਕਸਾਈਡ ਦੀ ਫਾਰਮ ਵਿੱਚ।
ਨੇਚਰ ਦੇ ਵਿੱਚ ਜਿਹੜਾ ਹਾਈਡਰੋਕਾਰਬਨਸ ਹੁੰਦੇ ਆ, ਹਾਈਡਰੋਕਾਰਬਨਸ ਮਤਲਬ ਕਿ ਉੱਦਾਂ ਦੇ ਕਾਰਬਨ ਜਿਨ੍ਹਾਂ ਨਾਲ ਹਾਈਡਰੋਜਨ ਲੱਗੀ ਹੁੰਦੀ ਹੈ, ਜਿਵੇਂ ਮਿਥੇਨ, CH4, ਕੋਲ ਵੀ ਮਿਕਸਚਰ ਹੁੰਦਾ ਥੋੜ੍ਹਾ ਜਿਹਾ, ਠੀਕ ਹੈ। ਨੈਚੁਰਲ ਗੈਸ ਵੀ ਕੰਬਾਈਨਡ ਸਟੇਟ ਆਫ ਕਾਰਬਨ ਹੈ। ਪੈਟਰੋਲੀਅਮ, ਇਹ ਸਾਰੇ ਕੀ ਹੈ ਜਿਹਦੇ ਵਿੱਚ ਕਾਰਬਨ ਦੇ ਨਾਲ ਹਾਈਡਰੋਜਨ ਲੱਗਾ ਹੁੰਦਾ, ਠੀਕ ਹੈ, ਜਿਵੇਂ CH4 ਮਿਥੇਨ ਦੀ ਐਗਜ਼ਾਮਪਲ। ਸਿਮਿਲਰਲੀ ਇੱਦਾਂ ਵੀ ਐਗਜ਼ਾਮਪਲਸ ਹੁੰਦੀਆਂ ਨੈਚੁਰਲ ਗੈਸ ਅਤੇ ਪੈਟਰੋਲੀਅਮ ਦੀਆਂ, ਉਹਨਾਂ ਵਿੱਚ ਵੀ ਕਾਰਬਨ ਦੇ ਨਾਲ ਪਲੱਸ ਕੀ ਹੁੰਦਾ, ਹਾਈਡਰੋਜਨ ਹੁੰਦਾ। ਇੱਦਾਂ ਨਹੀਂ ਲਿਖਣਾ ਹੁੰਦਾ ਵੈਸੇ, ਜਿਵੇਂ ਇਹਦੇ ਵਿੱਚ 4 ਹਾਈਡਰੋਜਨਸ ਲੱਗੇ ਮਿਥੇਨ ਵਿੱਚ, ਇਹਨਾਂ 'ਚ ਡਿਫਰੈਂਟ ਨੰਬਰ ਆਫ ਹਾਈਡਰੋਜਨ ਹੁੰਦੀ ਹੈ। ਕਲੀਅਰ। ਤਾਂ ਨੈਕਸਟ ਐਗਜ਼ਾਮਪਲ ਆ ਗਈ, ਵਾਟਰ ਵਿੱਚ ਵੀ ਜਿਹੜਾ ਕਾਰਬਨ ਡਾਈਆਕਸਾਈਡ ਹੈ ਉਹ ਡਿਜ਼ੋਲਵਡ ਫਾਰਮ 'ਚ ਮਿਲਦਾ ਅਤੇ ਕਾਰਬੋਨਿਕ ਐਸਿਡ ਵਗੈਰਾ ਹੁੰਦੇ ਆ, ਠੀਕ ਹੈ। ਕਾਰਬੋਨੇਟ ਅਤੇ ਬਾਈਕਾਰਬੋਨੇਟ ਵਿੱਚ, ਜਿਵੇਂ ਚੌਕ ਵਿੱਚ ਵੀ ਕਾਰਬਨ ਪ੍ਰੈਜ਼ੈਂਟ ਹੁੰਦੀ ਹੈ। ਮਾਰਬਲਸ ਵਿੱਚ, ਪੱਥਰ ਵਿੱਚ ਵੀ ਹੁੰਦੀ ਹੈ ਕਾਰਬਨ ਪ੍ਰੈਜ਼ੈਂਟ। ਕੈਲਾਮਾਈਨ ਸੋਲਿਊਸ਼ਨਸ ਵਗੈਰਾ ਵਿੱਚ ਵੀ ਕਾਰਬਨ ਪ੍ਰੈਜ਼ੈਂਟ ਹੁੰਦੀ ਹੈ। ਵਾਸ਼ਿੰਗ ਸੋਡਾ, ਇਹਨਾਂ ਸਾਰਿਆਂ ਵਿੱਚ ਵੀ ਕੀ ਪ੍ਰੈਜ਼ੈਂਟ ਹੁੰਦੀ ਹੈ, ਕਾਰਬਨ, ਜਿਹੜੇ ਕਿ ਕਾਰਬੋਨੇਟ ਜਾਂ ਬਾਈਕਾਰਬੋਨੇਟ ਦੀ ਫਾਰਮ ਵਿੱਚ ਪ੍ਰੈਜ਼ੈਂਟ ਹੁੰਦੀ ਹੈ, ਠੀਕ ਹੈ। ਐਜ਼ ਸੱਚ ਇਕੱਲੀ ਕਾਰਬਨ ਨਹੀਂ ਹੁੰਦੀ, ਕਾਰਬੋਨੇਟ ਜਾਂ ਬਾਈਕਾਰਬੋਨੇਟ ਦੀ ਫਾਰਮ ਵਿੱਚ ਪ੍ਰੈਜ਼ੈਂਟ ਹੁੰਦੀ, ਜਿਵੇਂ CO3 2 ਨੈਗੇਟਿਵ, ਇੱਦਾਂ ਦੀ ਫਾਰਮ 'ਚ। ਨੈਚੁਰਲ ਫਾਈਬਰਸ ਦਾ ਜਿਵੇਂ ਆਪਣੀਆਂ ਦੇਖੋ ਕਾਟਨ ਹੈ, ਨਾਇਲਨ ਹੈ, ਰਾਇਨ ਹੈ, ਸਿਲਕ ਹੈ, ਇਹ ਸਾਰਿਆਂ ਵਿੱਚ ਵੀ ਕੀ ਹੈ, ਨੈਚੁਰਲ ਫਾਈਬਰਸ ਵਿੱਚ ਵੀ ਕਾਰਬਨ ਦੀ ਥੋੜ੍ਹੇ ਐਕਸਟਰੈਕਟ ਹੁੰਦੇ ਹੈ, ਠੀਕ ਹੈ। ਤਾਂ ਇਹ ਸਾਰੀ ਐਗਜ਼ਾਮਪਲ ਹੈ ਕਿ ਜਿੱਥੇ ਜਿਹੜੀ ਕਾਰਬਨ ਹੈ ਉਹ ਕੰਬਾਈਨਡ ਸਟੇਟ ਵਿੱਚ ਮਿਲਦੀ ਹੈ, ਵੀ ਕਾਰਬਨ ਫ੍ਰੀ ਨਹੀਂ ਗੀ ਇੱਥੇ, ਕਾਰਬਨ ਫ੍ਰੀ ਨਹੀਂ ਪਰ ਕਿਸੇ ਹੋਰ ਚੀਜ਼ਾਂ ਨਾਲ ਕੀ ਹੈ, ਕੰਬਾਈਨ ਕਰਕੇ ਮਿਲਦੀ ਹੈ। ਨੈਕਸਟ ਆ ਗਿਆ ਆਪਣੇ ਕੋਲ ਕਾਰਬਨ ਐਂਡ ਲਿਵਿੰਗ ਥਿੰਗਸ, ਕਿ ਕਾਰਬਨ ਅਤੇ ਲਿਵਿੰਗ ਥਿੰਗਸ ਕਿਵੇਂ ਇੱਕ ਦੂਜੇ ਨਾਲ ਰਿਲੇਟਡ ਹੈ। ਕਹਿੰਦੇ ਨੋ ਲਿਵਿੰਗ ਥਿੰਗ ਕੈਨ ਸਰਵਾਈਵ ਵਿਦਾਊਟ ਕਾਰਬਨ। ਇਹਦਾ ਕਾਮਨ ਸੈਂਸ ਹੈ ਕਿ ਕੋਈ ਵੀ ਲਿਵਿੰਗ ਥਿੰਗ, ਜੇ ਪਲਾਂਟਸ ਹੈ ਉਹਨਾਂ ਨੂੰ ਵੀ ਕਾਰਬਨ ਦੀ ਲੋੜ ਹੈ, ਜੇ ਆਪਾਂ ਨੂੰ ਵੀ ਕਾਰਬਨ ਦੀ ਲੋੜ ਹੈ, ਠੀਕ ਹੈ, ਕਿਉਂਕਿ ਐਗਜ਼ੇਲ ਵਗੈਰਾ ਕਰਨੀ ਹੁੰਦੀ ਹੈ ਕਾਰਬਨ ਵਗੈਰਾ। ਤਾਂ ਆਪਣੇ ਸਾਰਿਆਂ ਵਿੱਚ ਵੀ, ਆਪਣੀ ਬੋਡੀਜ਼ ਵਗੈਰਾ ਵਿੱਚ ਵੀ ਕੀ ਪ੍ਰੈਜ਼ੈਂਟ ਹੁੰਦੀ ਹੈ, ਕਾਰਬਨ ਪ੍ਰੈਜ਼ੈਂਟ ਹੁੰਦੀ ਹੈ, ਠੀਕ ਹੈ। ਆਪਾਂ ਕਾਰਬਨ ਕਿੱਥੋਂ ਲੈਂਦੇ ਹਾਂ, ਹੁਣ ਆਪਾਂ ਕਾਰਬਨ ਕਿੱਥੋਂ ਲੈਂਦੇ ਹਾਂ ਕਿ ਜਿਹੜਾ ਆਪਾਂ ਫੂਡ ਖਾਂਦੇ ਹਾਂ, ਜਿਹੜਾ ਵੀ ਆਪਾਂ ਐਵਰੀਡੇ ਫੂਡ ਖਾਂਦੇ ਹਾਂ, ਉਹ ਐਵਰੀਡੇ ਫੂਡ ਵਿੱਚ ਵੀ ਕੀ ਹੁੰਦਾ, ਕਾਰਬਨ ਪ੍ਰੈਜ਼ੈਂਟ ਹੁੰਦਾ। ਜਿਵੇਂ ਜਿਹੜਾ ਵੀ ਆਪਣਾ ਫੂਡ ਹੁੰਦਾ, ਐਨੀਮਲਸ, ਜਾਂ ਆਪਾਂ ਐਨੀਮਲਸ ਤੋਂ ਲੈਂਦੇ ਜਿਹੜਾ ਵੀ ਫੂਡ, ਜਾਂ ਵੈਜੀਟੇਬਲਸ ਤੋਂ ਜਿਹੜਾ ਵੀ ਫੂਡ ਲੈਂਦੇ ਹਾਂ, ਠੀਕ ਹੈ, ਉਹ ਸਾਰਾ ਕੀ ਹੈ, ਕੰਪਾਊਂਡਸ ਆਫ ਕਾਰਬਨ ਤੋਂ ਬਣਿਆ ਹੁੰਦਾ। ਜਿਵੇਂ ਕਿ ਫੈਟਸ ਵਗੈਰਾ, ਪ੍ਰੋਟੀਨਸ ਵਗੈਰਾ, ਕਾਰਬੋਹਾਈਡਰੇਟਸ ਵਗੈਰਾ, ਇਹਨਾਂ ਸਾਰਿਆਂ ਮਟੀਰੀਅਲਸ ਵਿੱਚ ਪਲਾਂਟਸ ਅਤੇ ਐਨੀਮਲਸ ਕੀ ਹੈ, ਕਾਰਬਨ ਫਾਈਂਡ ਆਊਟ ਹੁੰਦਾ, ਠੀਕ ਹੈ। ਪਲਾਂਟਸ ਅਤੇ ਐਨੀਮਲਸ ਵਿੱਚ ਕਾਰਬਨ, ਫੈਟ, ਪ੍ਰੋਟੀਨ ਅਤੇ ਕਾਰਬੋਹਾਈਡਰੇਟਸ ਵਿੱਚ ਪ੍ਰੈਜ਼ੈਂਟ ਹੁੰਦਾ। ਕਲੀਅਰ। ਨੈਕਸਟ ਆ ਗਿਆ ਆਪਣੇ ਕੋਲ ਐਲੋਟ੍ਰੋਪਸ ਐਂਡ ਐਲੋਟ੍ਰੋਪੀ। ਐਲੋਟ੍ਰੋਪਸ ਜਾਂ ਐਲੋਟ੍ਰੋਪੀ ਦਾ ਮਤਲਬ ਕੀ ਹੁੰਦਾ ਹੈ ਕਿ ਜਦੋਂ ਕੋਈ ਵੀ ਇੱਕ ਐਲੀਮੈਂਟ, ਮੰਨ ਲਓ ਇੱਥੇ ਮੈਂ ਕਾਰਬਨ ਦੀ ਗੱਲ ਕਰ ਰਹੀ ਹਾਂ ਕਿਉਂਕਿ ਆਪਾਂ ਚੈਪਟਰ 'ਚ ਮੇਨਲੀ ਕਾਰਬਨ ਬਾਰੇ ਰੀਡ ਕਰ ਰਹੇ ਹਾਂ, ਠੀਕ ਹੈ। ਐਲੋਟ੍ਰੋਪ ਦਾ ਮਤਲਬ ਕੀ ਹੁੰਦਾ ਹੈ ਕਿ ਜਦੋਂ ਕੋਈ ਵੀ ਇੱਕ ਐਲੀਮੈਂਟ ਡਿਫਰੈਂਟ ਸਟਰਕਚਰਸ ਦੇ ਵਿੱਚ ਸ਼ੋ ਕਰੇ ਆਪਦੀ ਪ੍ਰੋਪਰਟੀਜ਼ ਨੂੰ, ਮਤਲਬ ਇੱਕ ਐਲੀਮੈਂਟ ਹੈ ਬਟ ਉਹ ਇੱਕ ਐਲੀਮੈਂਟ ਕੀ ਹੈ, 2 ਔਰ ਮੋਰ ਫਿਜ਼ੀਕਲ ਫਾਰਮਸ ਦੇ ਵਿੱਚ ਐਗਜ਼ਿਸਟ ਕਰ ਰਿਹਾ ਬਟ ਆਪਦੀ ਕਦੇ ਵੀ ਸਟੇਟ ਨਹੀਂ ਚੇਂਜ ਕਰਦਾ। ਸਟੇਟ ਚੇਂਜ ਮਤਲਬ ਕਿ ਜੇ ਕਾਰਬਨ ਨੋਨ ਮੈਟਲ ਹੈ, ਸੋਲਿਡ ਹੈ, ਅਤੇ ਉਹਨੇ ਇੱਦਾਂ ਹੀ ਰਹਿਣਾ ਬਟ ਸਿਰਫ ਸਟਰਕਚਰ ਡਿਫਰੈਂਟ ਸ਼ੋ ਕਰ ਰਿਹਾ, ਠੀਕ ਹੈ। ਕੈਮੀਕਲ ਪ੍ਰੋਪਰਟੀਜ਼ ਵਗੈਰਾ ਸੇਮ ਰਹਿੰਦੀਆਂ ਬਟ ਹਾਂ ਫਿਜ਼ੀਕਲ ਪ੍ਰੋਪਰਟੀਜ਼ ਉਹਦੀਆਂ ਚੇਂਜ ਕਰ ਜਾਂਦੀਆਂ। ਤਾਂ ਉਹ ਆਪਾਂ ਡਿਫਰੈਂਟ ਫਾਰਮਸ ਆਫ ਉਸ ਐਲੀਮੈਂਟ ਨੂੰ ਬੋਲਦੇ ਹਾਂ ਐਲੋਟ੍ਰੋਪਿਕ ਫਾਰਮ ਜਾਂ ਐਲੋਟ੍ਰੋਪਸ। ਜਦੋਂ ਕੋਈ ਵੀ ਇੱਕ ਐਲੀਮੈਂਟ ਆਪਦੀਆਂ ਫਿਜ਼ੀਕਲ ਪ੍ਰੋਪਰਟੀਜ਼ ਚੇਂਜ ਕਰ ਲੈਂਦਾ ਬਾਈ ਚੇਂਜਿੰਗ ਦਾ ਸਟਰਕਚਰ ਐਂਡ ਆਲ, ਬਟ ਕੈਮੀਕਲ ਪ੍ਰੋਪਰਟੀਜ਼ ਉਹਦੀਆਂ ਹਮੇਸ਼ਾ ਸੇਮ ਰਹਿੰਦੀਆਂ, ਤਾਂ ਉਹ ਜਿਹੜੀਆਂ ਡਿਫਰੈਂਟ ਫਾਰਮਸ ਹੁੰਦੀਆਂ, ਜਿਵੇਂ ਆਹ ਗ੍ਰੇਫਾਈਟ ਹੈ, ਆਹ ਡਾਇਮੰਡ ਹੈ, ਹੈਗੇ ਦੋਨੋਂ ਕਾਰਬਨ ਦੇ ਫਾਰਮ ਹੀ ਹੈ, ਹੈਗੇ ਦੋਨੋਂ ਕਾਰਬਨ ਹੀ ਹੈ। ਗ੍ਰੇਫਾਈਟ ਵਿੱਚ ਵੀ ਕਾਰਬਨ ਹੈ, ਡਾਇਮੰਡ ਵਿੱਚ ਵੀ ਕਾਰਬਨ ਹੈ, ਬਟ ਗ੍ਰੇਫਾਈਟ ਦੀ ਸਟਰਕਚਰ ਡਿਫਰੈਂਟ ਹੈ, ਡਾਇਮੰਡ ਦੀ ਸਟਰਕਚਰ ਡਿਫਰੈਂਟ ਹੈ। ਇਹਦੀਆਂ ਫਿਜ਼ੀਕਲ ਪ੍ਰੋਪਰਟੀਜ਼ ਇਹਦੀ ਫਿਜ਼ੀਕਲ ਪ੍ਰੋਪਰਟੀਜ਼ ਨਾਲੋਂ ਡਿਫਰੈਂਟ ਹੈ, ਬਟ ਕਾਰਬਨ ਦੀਆਂ ਕੈਮੀਕਲ ਪ੍ਰੋਪਰਟੀਜ਼ ਦੋਨਾਂ ਵਿੱਚ ਸੇਮ ਹੈ। ਤਾਂ ਉਹ ਵਾਲਾ ਐਲੀਮੈਂਟ ਜਿਹੜੀਆਂ ਡਿਫਰੈਂਟ ਫਿਜ਼ੀਕਲ ਪ੍ਰੋਪਰਟੀਜ਼ ਸ਼ੋ ਕਰਦਾ ਅਤੇ ਕੈਮੀਕਲ ਪ੍ਰੋਪਰਟੀਜ਼ ਬਟ ਸੇਮ ਰਹਿੰਦੀਆਂ, ਉਹਨਾਂ ਨੂੰ ਆਪਾਂ ਬੋਲਦੇ ਹਾਂ ਐਲੋਟ੍ਰੋਪਿਕ ਫਾਰਮਸ ਜਾਂ ਐਲੋਟ੍ਰੋਪਸ ਉਸ ਐਲੀਮੈਂਟ ਦੇ, ਠੀਕ ਹੈ। ਅਤੇ ਇਹ ਵਾਲੀ ਫਿਨੋਮੀਨਾ ਆਪਾਂ ਬੋਲਦੇ ਹਾਂ ਐਲੋਟ੍ਰੋਪੀ ਜਾਂ ਐਲੋਟ੍ਰੋਪਿਜ਼ਮ। ਸਮਝ ਲੱਗ ਗਈ ਐਲੋਟ੍ਰੋਪੀ ਅਤੇ ਐਲੋਟ੍ਰੋਪਿਜ਼ਮ ਕੀ ਹੁੰਦੇ ਹੈ ਕਿ ਇੱਕ ਐਲੀਮੈਂਟ ਹੈ, ਇੱਕ ਹੀ ਐਲੀਮੈਂਟ ਹੈ, ਉਹ ਕੀ ਹੈ, ਡਿਫਰੈਂਟ ਫਿਜ਼ੀਕਲ ਪ੍ਰੋਪਰਟੀਜ਼ ਸ਼ੋ ਕਰਦਾ ਪਿਆ ਬਟ ਕੈਮੀਕਲ ਪ੍ਰੋਪਰਟੀਜ਼ ਉਹਦੀਆਂ ਸੇਮ ਰਹਿਣਗੀਆਂ, ਮਤਲਬ ਸਟਰਕਚਰ ਡਿਫਰੈਂਟ ਸ਼ੋ ਕਰਦਾ ਪਿਆ ਬਟ ਐਕਚੁਅਲੀ ਕੈਮੀਕਲ ਕੀ ਆ ਉਹ ਸੇਮ ਹੀ ਹੈ। ਨੈਕਸਟ ਆ ਗਿਆ ਆਪਣੇ ਕੋਲ ਕਲਾਸੀਫਿਕੇਸ਼ਨ ਆਫ ਕੰਪਾਊਂਡਸ। ਜਿਹੜੇ ਕੰਪਾਊਂਡਸ ਹੁੰਦੇ ਆ, ਆਮ ਕੰਪਾਊਂਡਸ, ਕੋਈ ਵੀ ਕੰਪਾਊਂਡ, ਇੱਥੇ ਹੁਣ ਆਪਾਂ ਮੇਨਲੀ ਕੀ ਕਰਾਂਗੇ, ਕਾਰਬਨ ਦੇ ਕੰਪਾਊਂਡਸ ਦੀ ਗੱਲ ਕਰ ਰਹੇ ਹਾਂ ਕਿਉਂਕਿ ਚੈਪਟਰ ਆਪਣਾ ਕਾਰਬਨ ਦਾ, ਠੀਕ ਹੈ।
ਹੁਣ ਇਹਦੇ ਜਿਹੜੇ ਕਾਰਬਨ ਦੇ ਕੰਪਾਊਂਡਸ ਹੁੰਦੇ ਆ ਉਹ ਦੋ ਗਰੁੱਪਸ ਵਿੱਚ ਕੈਟਾਗਰਾਈਜ਼ਡ ਹੁੰਦੇ ਆ। ਦੋ ਗਰੁੱਪਸ ਕਿਹੜੇ? ਫਸਟ ਤਾਂ ਹੋ ਗਿਆ ਆਰਗੈਨਿਕ ਕੰਪਾਊਂਡਸ, ਦੂਜੇ ਹੁੰਦੇ ਆ ਨਾਨ ਆਰਗੈਨਿਕ ਜਾਂ ਇਨਆਰਗੈਨਿਕ ਕੰਪਾਊਂਡਸ। ਆਰਗੈਨਿਕ ਕੰਪਾਊਂਡਸ ਕਿਹੜੇ ਹੋਣਗੇ? ਉਹ ਵਾਲੇ ਕੰਪਾਊਂਡ ਜਿਹਦੇ ਵਿੱਚ ਕਾਰਬਨ ਐਟਮ ਦੀ ਪ੍ਰੈਜ਼ੈਂਸ ਹੋਊਗੀ, ਜਿਵੇਂ ਮੰਨ ਲਓ CH4, C ਨਾਲ ਚਾਰੇ H ਲੱਗੇ ਹੋਏ ਇੱਦਾਂ ਕਰਕੇ ਬੌਂਡ ਬਣਾ ਕੇ, ਉਹ ਵਾਲੇ ਕੰਪਾਊਂਡ ਜਿਹਦੇ ਵਿੱਚ ਕਾਰਬਨ ਮੋਲੀਕਿਊਲ ਪ੍ਰੈਜ਼ੈਂਟ ਹੋਊਗਾ ਉਹਨੂੰ ਬੋਲਣਾ ਆਪਾਂ ਆਰਗੈਨਿਕ ਕੰਪਾਊਂਡਸ। ਠੀਕ ਹੈ, ਕਈ ਕਾਰਬਨ ਦੇ ਹੁੰਦੇ ਆ, ਕਈ ਕੰਪਾਊਂਡਸ ਇੱਦਾਂ ਦੇ ਹੁੰਦੇ ਜਿਹਦੇ ਵਿੱਚ ਕਾਰਬਨ ਹੁੰਦੀ ਹੈ, ਉਹ ਆਰਗੈਨਿਕ ਕੰਪਾਊਂਡ ਹੁੰਦੇ ਆ। ਜਿਵੇਂ ਆਹ ਵਾਲੇ ਐਗਜ਼ਾਮਪਲਸ ਮਿਥੇਨ, ਇਥੇਨ, ਬਿਊਟੇਨ, ਇਥੀਨ, ਬੈਂਜ਼ੀਨ, ਪ੍ਰੋਪੀਨ, ਸਾਰਿਆਂ ਵਿੱਚ ਦੇਖੋ ਕਾਰਬਨ ਪ੍ਰੈਜ਼ੈਂਟ ਹੈ, ਸਾਰਿਆਂ ਵਿੱਚ ਦੇਖ ਲਓ ਕਾਰਬਨ ਪ੍ਰੈਜ਼ੈਂਟ ਹੈ। ਅਤੇ ਉਹ ਵਾਲਾ ਕੰਪਾਊਂਡ ਜਿਹਦੇ ਵਿੱਚ ਕਾਰਬਨ ਦੀ ਪ੍ਰੈਜ਼ੈਂਸ ਹੋਈ ਉਹ ਵਾਲਾ ਕਿਹੜਾ ਹੋਊਗਾ? ਆਰਗੈਨਿਕ ਕੰਪਾਊਂਡ। ਠੀਕ ਹੈ, ਆਰਗੈਨਿਕ ਕੰਪਾਊਂਡ। ਨੈਕਸਟ ਆ ਗਿਆ ਆਪਣੇ ਕੋਲ ਇਨਆਰਗੈਨਿਕ ਕੰਪਾਊਂਡ। ਇਨਆਰਗੈਨਿਕ ਕੰਪਾਊਂਡ ਕਿਹੜੇ ਹੋਣਗੇ? ਉੱਦਾਂ ਦੇ ਕੰਪਾਊਂਡ ਜਿਹਦੇ ਵਿੱਚ ਹੋਰ ਮੋਲੀਕਿਊਲਸ ਐਲੀਮੈਂਟ ਦੇ ਹੋਣਗੇ ਬਟ ਕਾਰਬਨ ਦੀ ਪ੍ਰੈਜ਼ੈਂਸ ਨਾ ਹੋਵੇ। ਠੀਕ ਹੈ, ਉਹ ਵਾਲੇ ਸਾਰੇ ਕਿਹੜੇ ਹੁੰਦੇ ਆ? ਇਨਆਰਗੈਨਿਕ ਕੰਪਾਊਂਡ। ਜਿਵੇਂ ਟੇਬਲ ਸਾਲਟ, HCl, ਕੁਆਟਰਸ, ਇਹ ਸਾਰੇ ਐਗਜ਼ਾਮਪਲਸ ਆਪਣੇ ਕੋਲ ਇਨਆਰਗੈਨਿਕ ਕੰਪਾਊਂਡ ਜਿਨ੍ਹਾਂ ਵਿੱਚ ਬਾਕੀ ਸਾਰੇ ਕੰਪਾਊਂਡਸ ਹੈਗੇ ਆ, ਬਾਕੀ ਸਾਰੇ ਐਲੀਮੈਂਟਸ ਹੈਗੇ ਆ ਬਟ ਕਾਰਬਨ ਐਟਮ ਨਹੀਂ ਹੈਗਾ। ਠੀਕ ਹੈ, ਨੈਕਸਟ ਆ ਗਿਆ ਆਪਣੇ ਕੋਲ ਐਲੋਟ੍ਰੋਪਸ ਆਫ ਕਾਰਬਨ। ਫਿਰ ਉਹੀ ਚੀਜ਼ ਆ ਗਈ ਕਿ ਐਲੋਟ੍ਰੋਪਸ ਜਾਂ ਐਲੋਟ੍ਰੋਪੀ ਕੀ ਹੁੰਦਾ? ਜਿਹੜਾ ਪਿਓਰ ਕਾਰਬਨ ਹੁੰਦਾ, ਜਿਹੜਾ ਪਿਓਰ ਕਾਰਬਨ ਹੁੰਦਾ ਉਹ ਨੇਚਰ ਦੇ ਵਿੱਚ ਜਾਂ ਤਾਂ ਡਾਇਮੰਡ ਜਾਂ ਗ੍ਰੇਫਾਈਟ ਦੀ ਫਾਰਮ 'ਚ ਐਗਜ਼ਿਸਟ ਕਰਦਾ ਹੁੰਦਾ। ਪਿਓਰ ਕਾਰਬਨ ਦੀ ਗੱਲ ਕਰ ਰਹੀ ਹੈ ਇੱਥੇ। ਪਿਓਰ ਕਾਰਬਨ ਹੈ ਜਾਂ ਤਾਂ ਉਹ ਡਾਇਮੰਡ ਜਾਂ ਗ੍ਰੇਫਾਈਟ ਦੀ ਫਾਰਮ ਵਿੱਚ ਐਗਜ਼ਿਸਟ ਕਰਦਾ ਹੈ। ਗ੍ਰੇਫਾਈਟ ਅਤੇ ਡਾਇਮੰਡ ਦੋਨੋਂ ਹੀ ਕੀ ਹੈ? ਪਿਓਰ ਕਾਰਬਨ ਦੀਆਂ ਫਾਰਮ ਹੈ ਬਟ ਇਹਨਾਂ ਦੀ ਕ੍ਰਿਸਟਲਾਈਨ ਸਟਰਕਚਰ ਹੈ ਜਿਹੜੀ ਉਹ ਡਿਫਰੈਂਟ ਹੈ। ਸਟਰਕਚਰ ਇਹਨਾਂ ਦੀ ਕੀ ਹੈ? ਡਿਫਰੈਂਟ ਸਟਰਕਚਰ ਨਹੀਂ ਸੇਮ ਹੈਗੀ ਬਟ ਇਹਨਾਂ ਵਿੱਚ ਕੈਮੀਕਲ ਕੰਪੋਜੀਸ਼ਨ ਜਾਂ ਇਹਨਾਂ ਵਿੱਚ ਜਿਹੜਾ ਮੇਨ ਐਲੀਮੈਂਟ ਹੈ ਉਹ ਸੇਮ ਹੈ, ਦੈਟ ਇਜ਼ ਕਾਰਬਨ। ਠੀਕ ਹੈ, ਤਾਂ ਜਿਹੜੀਆਂ ਦੋ ਫਾਰਮਸ ਹੈ ਕਾਰਬਨ ਦੀਆਂ ਇਹਨਾਂ ਨੂੰ ਆਪਾਂ ਬੋਲਦੇ ਆਪਾਂ ਕ੍ਰਿਸਟਲਾਈਨ ਫਾਰਮ। ਜਿਹੜੀਆਂ ਦੋ ਡਿਫਰੈਂਟ ਫਾਰਮਸ ਹੈ ਕਾਰਬਨ ਦੀਆਂ ਜਿਨ੍ਹਾਂ ਦੀਆਂ ਸਟਰਕਚਰ ਡਿਫਰੈਂਟ ਹੈ ਬਟ ਕੈਮੀਕਲ ਕੰਪੋਜੀਸ਼ਨ ਸੇਮ ਹੈ ਕਾਰਬਨ, ਤਾਂ ਉਹ ਵਾਲੀ ਕਿਹੜੀ ਫਾਰਮ ਹੁੰਦੀ ਹੈ? ਕ੍ਰਿਸਟਲਾਈਨ ਫਾਰਮ। ਆਪਾਂ ਕਿਹੜੀਆਂ ਪੜ੍ਹ ਰਹੇ ਹਾਂ? ਡਾਇਮੰਡ ਅਤੇ ਗ੍ਰੇਫਾਈਟ ਜਿਹੜੇ ਪਿਓਰ ਕਾਰਬਨ ਤੋਂ ਬਣੀਆਂ ਹੋਈਆਂ। ਅਨਦਰ ਫਾਰਮ ਆਲਸੋ ਹੁੰਦੀ ਹੈ ਪਿਓਰ ਕਾਰਬਨ ਦੀ ਜਿਹਨੂੰ ਆਪਾਂ ਬੋਲਦੇ ਹਾਂ ਐਮੋਰਫਸ ਫਾਰਮ। ਐਮੋਰਫਸ ਫਾਰਮ ਵਿੱਚ ਕੀ ਹੁੰਦਾ? ਜਿਹਦੇ ਵਿੱਚ ਬਹੁਤ ਛੋਟੇ ਪਾਰਟੀਕਲਸ ਹੁੰਦੇ ਆ ਅਤੇ ਉਹਨਾਂ ਨੂੰ ਆਪਾਂ ਮਾਈਕਰੋਸਕੋਪ ਦੇ ਨਾਲ ਵੀ ਈਵਨ ਨਹੀਂ ਵੇਖ ਸਕਦੇ। ਠੀਕ ਹੈ, ਇੱਕ ਹੁੰਦੀ ਹੈ ਕ੍ਰਿਸਟਲਾਈਨ ਫਾਰਮ ਜਿਹਦੇ ਵਿੱਚ ਦੋਨੋਂ ਫਾਰਮ ਆ ਜਾਣਗੀਆਂ ਡਾਇਮੰਡ ਅਤੇ ਗ੍ਰੇਫਾਈਟ, ਜਿਹਦੇ ਵਿੱਚ ਪਿਓਰ ਕਾਰਬਨ ਡਾਇਮੰਡ ਅਤੇ ਗ੍ਰੇਫਾਈਟ ਦੀ ਫਾਰਮ 'ਚ ਐਗਜ਼ਿਸਟ ਕਰਦਾ ਹੈ। ਦੂਜੀ ਫਾਰਮ ਹੁੰਦੀ ਹੈ ਪਿਓਰ ਕਾਰਬਨ ਦੀ ਅਮੋਰਫਸ ਫਾਰਮ, ਮਤਲਬ ਪਿਓਰ ਕਾਰਬਨ ਦੀਆਂ ਦੋ ਫਾਰਮਸ ਹੁੰਦੀਆਂ। ਪਹਿਲੀ ਫਾਰਮ ਹੁੰਦੀ ਹੈ ਆਪਣੇ ਕੋਲ ਕ੍ਰਿਸਟਲਾਈਨ ਫਾਰਮ, ਦੂਜੀ ਹੁੰਦੀ ਹੈ ਅਮੋਰਫਸ ਫਾਰਮ। ਕ੍ਰਿਸਟਲਾਈਨ ਫਾਰਮ ਹੁੰਦੀ ਹੈ ਡਾਇਮੰਡ ਗ੍ਰੇਫਾਈਟ ਵਾਲੀ। ਡਾਇਮੰਡ ਗ੍ਰੇਫਾਈਟ ਮਤਲਬ ਜਿਨ੍ਹਾਂ ਦੀਆਂ ਕ੍ਰਿਸਟਲ ਸਟਰਕਚਰਸ ਹੁੰਦੀਆਂ। ਅਮੋਰਫਸ ਫਾਰਮ ਉਹ ਵਾਲੀ ਫਾਰਮ ਹੈ ਜਿਹਦੇ ਵਿੱਚ ਪਾਰਟੀਕਲਸ, ਕਾਰਬਨ ਦੇ ਪਾਰਟੀਕਲਸ ਦਾ ਸਾਈਜ਼ ਬਹੁਤ ਸਮਾਲ ਹੋਊਗਾ ਅਤੇ ਆਪਾਂ ਮਾਈਕਰੋਸਕੋਪ ਨਾਲ ਵੀ ਨਹੀਂ ਦੇਖ ਸਕਦੇ। ਠੀਕ ਹੈ, ਹੁਣ ਕ੍ਰਿਸਟਲਸ ਕੀ ਹੁੰਦੇ ਆ? ਕ੍ਰਿਸਟਲਸ ਕੀ ਹੁੰਦੇ ਆ? ਇੱਕ ਹੋਮੋਜੀਨੀਅਸ ਸੋਲਿਡਸ ਹੁੰਦੇ ਆ, ਮਤਲਬ ਪ੍ਰੋਪਰਲੀ ਮਿਕਸਡ ਸੋਲਿਡਸ, ਇੱਦਾਂ ਦੇ ਸੋਲਿਡਸ ਹੁੰਦੇ ਆ ਜਿਹਦੇ ਵਿੱਚ ਐਟਮਸ ਆ ਜਿਹੜੇ ਉਹ ਆਰਡਰਲੀ ਮੈਨਰ ਦੇ ਵਿੱਚ ਲੱਗੇ ਹੁੰਦੇ ਆ। ਇੱਕ ਪ੍ਰੋਪਰ ਆਰਡਰ ਦੇ ਵਿੱਚ ਮੈਨਰਸ ਨੂੰ ਲਾਉਣਾ ਹੁੰਦਾ। ਪ੍ਰੋਪਰ ਆਰਡਰ ਵਿੱਚ ਮੈਨਰ ਜਦੋਂ ਲਾਉਂਦੇ ਆ ਤਾਂ ਉਦੋਂ ਉਹ ਕ੍ਰਿਸਟਲਸ ਬਣਾ ਲੈਂਦੇ ਆ। ਜਿਵੇਂ ਡਾਇਮੰਡ ਦਾ ਕ੍ਰਿਸਟਲ ਵੱਖਰਾ ਹੁੰਦਾ, ਇਹਦੇ ਵਿੱਚ ਵੱਖਰੀ ਅਰੇਂਜਮੈਂਟ ਹੁੰਦੀ ਹੈ ਕਾਰਬਨ ਦੀ। ਗ੍ਰੇਫਾਈਟ ਦਾ ਦੇਖ ਲਓ, ਗ੍ਰੇਫਾਈਟ ਵਿੱਚ ਵੱਖਰੀ ਅਰੇਂਜਮੈਂਟ ਹੁੰਦੀ ਹੈ ਕਾਰਬਨ ਐਟਮਸ ਦੀ। ਠੀਕ ਹੈ, ਮੈਟਲ, ਨਾਨ ਮੈਟਲ ਅਤੇ ਜਿਹੜੇ ਬਾਕੀ ਰੌਕਸ ਹੁੰਦੇ ਆ ਸਾਰਿਆਂ ਵਿੱਚ ਕੀ ਹੈ? ਕ੍ਰਿਸਟਲ ਫਾਰਮ ਹੁੰਦੇ ਆ, ਕ੍ਰਿਸਟਲਸ ਹੁੰਦੇ ਆ ਉਹ ਵੀ, ਮੈਟਲਸ ਵੀ, ਨਾਨ ਮੈਟਲਸ ਵੀ ਅਤੇ ਰੌਕ ਫਾਰਮ ਵੀ, ਸਾਰੇ ਕੀ ਹੁੰਦੇ ਆ? ਕ੍ਰਿਸਟਲਸ ਹੁੰਦੇ ਆ। ਬਟ ਸੋਲਿਡ ਕਾਰਬਨ ਕੀ ਹੈ? ਇੱਕ ਸੋਲਿਡ ਨਾਨ ਮੈਟਲ ਹੈ ਜਿਹਦੀਆਂ ਕੀ ਹੈ? ਦੋ ਫਾਰਮ ਆਫ ਕ੍ਰਿਸਟਲਸ ਬਣ ਸਕਦੀਆਂ, ਮਤਲਬ ਜਿਹਦੀਆਂ ਕਿ ਆਪਾਂ ਟੂ ਫਾਰਮਸ ਆਫ ਕ੍ਰਿਸਟਲਸ ਫਾਰਮ ਹੋ ਸਕਦੀਆਂ, ਜਿਹਨਾਂ ਨੂੰ ਆਪਾਂ ਗ੍ਰੇਫਾਈਟ ਅਤੇ ਡਾਇਮੰਡ ਕਹਿੰਦੇ ਹਾਂ, ਉਹਨਾਂ ਨੂੰ ਆਪਾਂ ਕ੍ਰਿਸਟਲਾਈਨ ਫਾਰਮ ਕਹਿੰਦੇ ਹਾਂ। ਵੈਸੇ ਦੇਅਰ ਆਰ 7 ਮੇਨ ਕ੍ਰਿਸਟਲਾਈਨ ਸਿਸਟਮ ਹੁੰਦੇ ਆ। ਡਾਇਮੰਡ ਵਿੱਚ ਤਾਂ ਆਪਾਂ ਗ੍ਰੇਫਾਈਟ ਅਤੇ ਡਾਇਮੰਡ ਬਾਰੇ ਪੜ੍ਹਦੇ ਹਾਂ ਬਟ ਵੈਸੇ 7 ਮੇਨ ਟਾਈਪ ਆਫ ਕ੍ਰਿਸਟਲਾਈਨ ਸਿਸਟਮ ਹੁੰਦੇ ਆ। ਕਿਹੜੇ ਕਿਹੜੇ ਹੁੰਦੇ ਆ? ਇਹਨਾਂ ਵਿੱਚ ਆ ਜਾਂਦੇ ਆ ਆਈਸੋਮੈਟ੍ਰਿਕ, ਜਿਹਨੂੰ ਆਪਾਂ ਕਿਊਬਿਕ ਵੀ ਬੋਲਦੇ ਹਾਂ, ਟੈਟਰਾਗੋਨਲ, ਆਰਥੋਰੋਹੰਬਿਕ, ਮੋਨੋਕਲਿਨਿਕ, ਟਰਾਈਕਲਿਨਿਕ, ਰੋਹੰਬੋਹੈਡਰਲ ਅਤੇ ਹੈਕਸਾਗੋਨਲ। ਐਕਚੁਅਲੀ ਇਹਦੇ ਵਿੱਚ ਕੀ ਆਪਾਂ ਨੰਬਰ ਆਫ ਸਾਈਡਸ ਬਾਰੇ ਪੜ੍ਹਨਾ। ਜਿਵੇਂ ਆਈਸੋਮੈਟ੍ਰਿਕ ਦੇ ਵਿੱਚ 3 ਐਕਸਿਸ ਹੁੰਦੀਆਂ,
ਇੱਕ ਲੈਂਥ, ਇੱਕ ਬ੍ਰੈਡਥ, ਇੱਕ ਹਾਈਟ ਹੁੰਦੀ ਹੈ। 3 ਐਕਸਿਸ ਹੁੰਦੀਆਂ ਜਿਹੜੀਆਂ ਕਿ ਇਕੁਅਲ ਲੈਂਥ ਤੇ ਰਾਈਟ ਐਂਗਲ ਤੇ ਹੁੰਦੀਆਂ ਇੱਕ ਦੂਜੇ ਦੇ, ਠੀਕ ਹੈ। ਲਰਨ ਕਰਨ ਵਾਲੀ ਗੱਲ ਤੁਹਾਨੂੰ ਲਰਨ ਕਰਨੀ ਪਊਗੀ। ਟੈਟਰਾਗੋਨਲ ਵਿੱਚ ਕੀ ਹੋਣਗੀਆਂ, ਜਿਹੜੀਆਂ ਰਿਕਟੈਂਗਲ ਦੀ ਫਾਰਮ 'ਚ ਹੈ। ਟੈਟਰਾ ਮਤਲਬ 4, ਜਿਹੜੀ ਰਿਕਟੈਂਗਲ ਦੀ ਫਾਰਮ 'ਚ ਹੋਊਗੀ, ਟੌਪ ਬਾਟਮ ਦੇ ਸਕੁਐਰਸ ਹੋਣਗੇ ਜਿਨ੍ਹਾਂ ਵਿੱਚ 3 ਐਕਸਿਸ ਹੋਣਗੇ ਰਾਈਟ ਐਂਗਲਸ ਦੇ ਵਿੱਚ। ਆਰਥੋਰੋਹੰਬੀ ਕਿਹੜੇ ਹੋਣਗੇ, ਜਿਨ੍ਹਾਂ ਵਿੱਚ 3 ਐਕਸਿਸ ਹੋਣਗੇ ਬਟ ਅਨਇਕੁਅਲ ਹੋਣਗੇ ਰਾਈਟ ਐਂਗਲ ਦੇ ਵਿੱਚ, ਠੀਕ ਹੈ। ਮੋਨੋਕਲਿਨਿਕ ਕਿਹੜੇ ਹੋਣਗੇ, ਇਹਨਾਂ ਵਿੱਚ ਵੀ 3 ਐਕਸਿਸ ਹੋਣਗੇ ਡਿਫਰੈਂਟ ਲੈਂਥ ਦੇ, ਠੀਕ ਹੈ। ਇਹ ਬਸ ਲਰਨ ਕਰਨ ਵਾਲੇ ਆ ਕਿ ਕਿਹਦੇ ਵਿੱਚ ਕਿੰਨੀਆਂ ਹੁੰਦੀਆਂ, ਤਾਂ ਲਰਨ ਪ੍ਰੋਪਰਲੀ ਕਰਨਾ ਆਪਾਂ। ਇਹ ਸਟਰਕਚਰ ਬਣਾਈ ਹੋਈ ਹੈ ਇਹਨਾਂ ਦੀ ਕਿ ਕਿਵੇਂ ਕਿਵੇਂ ਇਹਨਾਂ ਦੀ ਸਟਰਕਚਰ ਹੁੰਦੀ ਹੈ, ਠੀਕ ਹੈ। ਨੈਕਸਟ ਐਗਜ਼ਾਮਪਲ ਜਿਵੇਂ ਮੋਨੋਕਲਿਨਿਕ ਵਿੱਚ 3 ਐਕਸਿਸ ਹੁੰਦੀਆਂ ਸਾਰੀਆਂ ਡਿਫਰੈਂਟ ਲੈਂਥ ਦੀਆਂ। ਟਰਾਈਕਲਿਨਿਕ ਵਿੱਚ ਵੀ 3 ਅਨਇਕੁਅਲ ਐਕਸਿਸ ਹੁੰਦੀਆਂ ਬਟ ਕੋਈ ਵੀ ਰਾਈਟ ਐਂਗਲ 'ਤੇ ਨਹੀਂ ਹੁੰਦਾ। ਹੈਕਸਾਗੋਨਲ ਜਿਵੇਂ ਹੈਕਸਾ ਮਤਲਬ 6, ਹੈਕਸਾਗੋਨਲ ਵਿੱਚ 6 ਸਾਈਡਸ ਹੋਣਗੀਆਂ ਇੰਸਟੈਡ ਆਫ 4, ਤਾਂ ਇਹ ਕ੍ਰਿਸਟਲ ਵਿੱਚ 4 ਐਕਸਿਸ ਹੋਣਗੇ ਨਾ ਕਿ 3 ਐਕਸਿਸ ਹੋਣਗੇ, ਠੀਕ ਹੈ। ਰੋਹੰਬੋਹੈਡਰਲ ਵਿੱਚ ਕੀ ਹੋਣਗੇ, ਇਹਦੇ ਵਿੱਚ ਰੋਟੇਸ਼ਨ ਆਫ ਐਕਸਿਸ ਹੋਊਗੀ ਉਹਦੇ ਆਰਡਰ ਦੀ, ਮਤਲਬ 3 ਤਾਂ ਹੋਣਗੇ ਬਾਡੀ ਡਾਇਗਨਲ ਵਾਈਜ਼ ਇੱਕ ਯੂਨਿਟ ਸੈੱਲ ਬਣਾਉਣਗੇ, ਅਤੇ ਬਾਕੀ ਜਿਹੜੇ ਸਾਰੇ ਹੈ ਉਹ ਹੋਣਗੇ ਇਕੁਅਲ ਲੈਂਥ ਦੇ, ਅਤੇ ਬਾਕੀ ਸਾਰੇ ਐਂਗਲਸ ਵੀ ਕੀ ਹੋਣਗੇ, ਇਕੁਅਲ ਹੋਣਗੇ। ਆਹ ਕੁਛ ਡਾਇਗਰਾਮਸ ਬਣਾ ਕੇ ਦਿਖਾਈਆਂ ਹੋਈਆਂ। ਮੋਨੋਕਲਿਨਿਕ ਹੈ, ਟਰਾਈਕਲਿਨਿਕ, ਹੈਕਸਾਗੋਨਲ ਅਤੇ ਰੋਹੰਬੋਹੈਡਰਲ, ਠੀਕ ਹੈ। ਤਾਂ ਇਹ ਵਾਲੇ ਸਾਰੇ ਤੁਸੀਂ ਸਟਰਕਚਰਸ ਕੀ ਹੈ ਲਰਨ ਰੱਖਣੀ ਹੈ।